अपने फ़ोन दीजिए को बहुत अच्छे से समझ ले। हाय सर, की नाम है ਤੁਹਾਡਾ? मेरा नाम रघु। रघु जी, ਅੱਜ ਜੋ ਸੈਮੀਨਾਰ ਲਗਾਇਆ ਗਿਆ ਇੱਕ ਸਪੈਸ਼ਲ ਕਿਡਸ ਬੱਚਾ ਦਾ जी ਇਹ ਅੱਜ ਅਸੀਂ ਇੱਕ ਸਪੈਸ਼ਲ ਵਰਕਸ਼ਾਪ ਅਰੇਂਜ ਕੀਤੀ ਹੈ ਜਿੱਥੇ ਅਸੀਂ ਦਿੱਲੀ ਤੋਂ ਇੱਕ ਟੀਮ ਐਕਸਪਰਟ ਆਏ ਨੇ ਜਿਹੜੇ ਕਿ ਸਾਡੇ ਬੱਚਿਆਂ ਨੂੰ ਸਾਡੀ ਟੀਮ ਨੂੰ CFA ਦੇ ਨੂੰ ਐਡਵਾਂਸ ਟ੍ਰੇਨਿੰਗ ਲਈ ਟ੍ਰੇਨ ਕਰਨ ਆਏ ਨੇ। ਸੋ ਬੇਸਿਕਲੀ ਇਹਨਾਂ ਦਾ ਐਕਸਪੀਰੀਅੰਸ ਇਸ ਫੀਲਡ 'ਚ ਬਹੁਤ ਜ਼ਿਆਦਾ ਹੈ। ਸੋ ਇਹ ਸਾਨੂੰ ਕੁਝ ਨਵੀਂ ਟੈਕਨੀਕ ਸਿਖਾਉਣਗੇ ਜਿਹੜੀ ਕਿ ਆਪਾਂ ਇਹਨਾਂ ਬੱਚਿਆਂ ਵਾਸਤੇ ਅਪਲਾਈ ਕਰਕੇ ਇਹਨਾਂ ਦੇ ਬਿਹੇਵੀਅਰ ਲਈ ਜਾਂ ਇਹਨਾਂ ਦੇ ਫਿਊਚਰ ਲਈ ਇੰਪਲੀਮੈਂਟ ਕਰ ਸਕਦੇ ਹਾਂ। ਸੋ ਇਹ ਵਰਕਸ਼ਾਪ ਹੈ। CFA एक केयर फॉर ऑटिज़म फाउंडेशन, CFA ਦਾ ਫੁੱਲ ਫਾਰਮ ਜੋ ਹੈ केयर फॉर ऑटिज़म फाउंडेशन है। सो ਇਹ ਸਪੈਸ਼ਲ ਬੱਚਿਆਂ ਦੇ ਲਈ ਕੰਮ ਕਰਦੀ ਹੈ ਫਾਊਂਡੇਸ਼ਨ, ਜਿਹਦੇ ਵਿੱਚ ਕਿ ਅਸੀਂ ਸਪੈਸ਼ਲੀ ਅਗਰ ਫੋਕਸ ਦੀ ਗੱਲ ਕਰੀਏ ਤਾਂ ਔਟਿਜ਼ਮ ਦੇ ਉੱਤੇ ਫੋਕਸ ਕਰ ਰਹੇ ਹਾਂ, ਔਟਿਸਟਿਕ ਬੱਚਿਆਂ ਦੇ ਉੱਤੇ। ਸੋ ਇਹ ਜਿਹੜੇ ਔਟਿਸਟਿਕ ਬੱਚੇ ਹੁੰਦੇ ਨੇ, ਇੱਕ ਔਟਿਜ਼ਮ ਜਿਹੜਾ ਹੈ ਨਿਊਰੋ ਡਿਵੈਲਪਮੈਂਟ ਡਿਸਆਰਡਰ ਹੈ, ਜਿਹਦੇ 'ਚ ਕਿ ਜਿਹੜਾ ਬੱਚਾ ਹੈ ਉਹਨੂੰ ਥੋੜ੍ਹੀ ਜਿਹੀ ਐਜ਼ ਕੰਪੇਅਰ ਬਾਕੀ ਬੱਚਿਆਂ ਦੇ ਮੁਕਾਬਲੇ ਗੱਲ ਕਰਨ 'ਚ ਥੋੜ੍ਹੀ ਜਿਹੀ ਜ਼ਿਆਦਾ ਦਿੱਕਤ ਹੁੰਦੀ ਹੈ ਜਾਂ ਸਮਝਣ 'ਚ ਥੋੜ੍ਹੀ ਜਿਹੀ ਜ਼ਿਆਦਾ ਦਿੱਕਤ ਹੁੰਦੀ ਹੈ। ਸੋ ਬੇਸਿਕਲੀ ਸਾਡੇ ਬੱਚੇ ਜਿਹੜੇ ਨੇ ਉਹ ਆਮ ਬੱਚਿਆਂ ਦੀ ਤਰ੍ਹਾਂ ਬੱਚੇ ਨੇ, ਦਿਖਦੇ ਵੀ ਉਹਨਾਂ ਤਰ੍ਹਾਂ ਨੇ, ਖੇਲਦੇ ਵੀ ਉਹਨਾਂ ਤਰ੍ਹਾਂ ਨੇ, ਸਾਰੇ ਕੰਮ ਵੀ ਉਹਨਾਂ ਤਰ੍ਹਾਂ ਕਰਦੇ ਨੇ, ਬਸ ਉਹਨਾਂ ਨਾਲੋਂ ਥੋੜ੍ਹੇ ਜਿਹੇ ਡਿਫਰੈਂਟ ਨੇ। ਥੋੜ੍ਹੇ ਜਿਹੇ ਡਿਫਰੈਂਟ ਮਤਲਬ ਕੀ ਹੈ ਕਿ ਜਿਵੇਂ ਮੈਂ ਇੱਕ ਚੀਜ਼ ਨੂੰ ਤੁਹਾਨੂੰ ਸਮਝਾ ਰਿਹਾ ਅਤੇ ਮੈਂ ਸਿੰਗਲ ਵਾਰੀ 'ਚ ਸਮਝਾ ਸਕਦਾ, ਹੋ ਸਕਦਾ ਉਹਨੂੰ ਉਹੀ ਗੱਲ ਸਮਝਾਉਣ ਲਈ ਸਾਨੂੰ 2 ਜਾਂ 3 ਵਾਰੀ ਜਾਂ 4 ਵਾਰੀ ਕਰਨਾ ਪਵੇ, ਬਸ ਇੰਨਾ ਕੁ ਡਿਫਰੈਂਸ। ਗੱਲ ਕਰੀਏ ਤੁਹਾਡੇ ਮਨ ਦੇ ਵਿੱਚ ਕਿੱਦਾਂ ਆਇਆ ਜਦੋਂ ਮੈਂ ਸਪੈਸ਼ਲ ਬੱਚੇ ਦਾ ਇੱਕ ਸਕੂਲ ਬਣਾਵਾਂ ਅਤੇ ਜਿੱਥੇ ਕਿਹੜੇ ਕਈ ਬੱਚੇ ਅੰਦਰ ਹੀ ਰਹਿ ਜਾਂਦੇ ਨੇ ਅਤੇ ਉਸਨੂੰ ਆਰਾਮ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਨੂੰ ਦੀ ਆਮ ਕਿਹੜੀ ਦੁਨੀਆ ਉਹ ਦੇਖੀ ਜਾਵੇ। ਬੇਸਿਕਲੀ ਇਹ ਮੇਰੇ ਮਨ 'ਚ ਤਾਂ ਹੈ ਜੀ ਕਿ ਮੇਰੇ ਕੋਲ ਵੀ ਪਰਮਾਤਮਾ ਦੇ ਦਿਆਨ ਨਾਲ ਇੱਕ ਸਪੈਸ਼ਲ ਬੱਚਾ ਹੈ ਜਿਹਦਾ ਨਾਮ ਸੰਯਮ ਹੈ। ਸੋ ਸੰਯਮ ਤੋਂ ਬਾਅਦ ਮੇਰੇ ਮਾਈਂਡ ਦੇ ਵਿੱਚ ਇਹ ਆਇਆ, ਮੇਰੇ ਵੀ ਮਾਈਂਡ ਦੇ ਵਿੱਚ ਨਹੀਂ ਆਇਆ, ਇਹ ਮੇਰੇ ਵਾਈਫ ਦਾ ਇਨੀਸ਼ੀਏਟਿਵ ਸੀ। ਸੋ ਉਹਨਾਂ ਦਾ ਨਾਮ ਨਿਧੀ ਸੀ। ਸੋ ਜਿਨ੍ਹਾਂ ਅੱਜ ਤੋਂ 1.5 ਸਾਲ ਪਹਿਲਾਂ ਉਹਨਾਂ ਨੇ ਇਹ ਇਨੀਸ਼ੀਏਟਿਵ ਲਿਆ ਸੀ ਕਿਉਂਕਿ ਸਾਡੇ ਕੋਲ ਇੱਕ ਸਪੈਸ਼ਲ ਬੱਚਾ ਸੀ। ਸੋ ਅਨਫੋਰਚੂਨੇਟਲੀ ਨਿਧੀ ਦਾ ਕੈਂਸਰ ਡਾਇਗਨੋਜ਼ ਹੋ ਗਿਆ ਅਤੇ ਉਹਨੂੰ ਆਲਵੇਜ਼ ਇਹ ਰਹਿੰਦਾ ਸੀਗਾ ਕਿ ਮੇਰੇ ਬਾਅਦ ਕੌਣ ਸੰਭਾਲੇਗਾ। ਸੋ ਉਹ ਮੇਰੇ ਬਾਅਦ ਵਾਲੇ ਕੁਐਸਚਨ ਨੇ ਇਹ ਸੈਂਟਰ ਨੂੰ ਖੜਾ ਕਰ ਦਿੱਤਾ ਕਿ ਮੇਰੇ ਬਾਅਦ ਕੌਣ ਕਰੇਗਾ, ਮੇਰੇ ਬਾਅਦ ਕੀ ਹੋਏਗਾ। ਸੋ ਉਹਨਾਂ ਦਾ ਇਨੀਸ਼ੀਏਟਿਵ ਸੀ ਕਿ ਵਿਦਾਊਟ ਮਦਰ ਜਾਂ ਵਿਦਾਊਟ ਪੇਰੈਂਟ ਸਪੈਸ਼ਲ ਬੱਚੇ ਲਈ ਬਹੁਤ ਮੁਸ਼ਕਿਲ ਹੈ। ਸੋ ਦੋਨਾਂ ਦੇ ਹੁੰਦੇ ਵੀ ਇਹਨਾਂ ਨੂੰ ਡੀਲ ਕਰਨਾ ਬਹੁਤ ਮੁਸ਼ਕਿਲ ਹੈ। ਇੱਥੇ ਤਾਂ ਫਿਰ ਇਕੱਲੇ ਸੀ, ਉਹਦੀ ਇੱਕ ਇਨਸਿਕਿਉਰਿਟੀ ਸੀ ਕਿ ਮੇਰੇ ਬਾਅਦ ਤੁਸੀਂ ਕਿਵੇਂ ਕਰੋਗੇ। ਸੋ ਉਸ ਵਰਡ ਨੇ ਇਹ ਸੈਂਟਰ ਨੂੰ ਸਟਾਰਟ ਕਰਵਾ ਦਿੱਤਾ। ਸੋ ਜਦੋਂ ਇਹ ਸ਼ੁਰੂ ਹੋਇਆ ਸੀ ਇੱਕ ਛੋਟਾ ਜਿਹਾ ਸੈਟਅਪ ਸੀਗਾ, ਅਸੀਂ 2 ਕਮਰਿਆਂ ਤੋਂ ਸਟਾਰਟ ਕੀਤਾ ਸੀਗਾ, ਬਟ ਧੀਰੇ ਧੀਰੇ ਜਦੋਂ ਮੈਂ ਐਕਸਪਰਟ ਨੂੰ ਮਿਲਦਾ ਗਿਆ ਉਦੋਂ ਸਾਨੂੰ ਸਮਝ ਆਉਂਦਾ ਗਿਆ ਕਿ ਇਹਨੂੰ ਇੱਕ ਵੱਡੇ ਸੈਟਅਪ ਦੀ ਲੋੜ ਹੈ। ਸੋ 1 ਏਕੜ ਦੇ ਵਿੱਚ ਅਸੀਂ ਇਸ ਸੈਟਅਪ ਨੂੰ ਬਣਾਇਆ ਹੁਣ, ਜਿਹਦੇ ਵਿੱਚ ਇਨਡੋਰ ਆਊਟਡੋਰ ਸਾਰੀ ਐਕਟੀਵਿਟੀ ਹੋ ਰਹੀ ਹੈ। ਸੋ ਬਹੁਤ ਸਾਰੇ ਰੂਮਸ ਹੈਗੇ ਨੇ ਜਿਹਦੇ 'ਚ ਕਿ ਅਸੀਂ ਡਿਫਰੈਂਸ਼ੀਏਟ ਕਰਦੇ ਹਾਂ, ਜਿਵੇਂ ਕਿ ਬੱਚੇ ਦੇ ਸਕੇਲਸ ਹੁੰਦੇ ਨੇ। ਇੱਕ ਬੱਚਾ ਬਾਰਡਰ ਲਾਈਨ ਹੈ, ਮਾਈਲਡ ਹੈ, ਮੋਡਰੇਟ ਹੈ, ਸੀਵੀਅਰ ਹੈ। ਕਿਉਂਕਿ ਮੈਂ ਮੋਸਟਲੀ ਜਿੰਨੇ ਵੀ ਸੈਂਟਰ ਅੱਜ ਕੱਲ੍ਹ ਟਰੈਵਲ ਕੀਤੇ ਨੇ ਬਹੁਤ ਸਾਰੇ, ਕੁਛ ਹੀ ਸੈਂਟਰ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਸਮਝ ਪਾਉਂਦੇ ਨੇ, ਨਹੀਂ ਤਾਂ ਉਹ ਮੋਸਟਲੀ ਉਹਨਾਂ ਨੂੰ ਇੱਕ ਜਗ੍ਹਾ 'ਤੇ ਬੱਚਿਆਂ ਨੂੰ ਮਿੰਗਲ ਕਰ ਦਿੰਦੇ ਨੇ ਕਿ ਉਹ ਮੋਡਰੇਟ ਵੀ ਉੱਥੇ ਹੈ, ਸੀਵੀਅਰ ਵੀ ਉੱਥੇ ਹੈ, ਮਾਈਲਡ ਵੀ ਉੱਥੇ ਹੈ। ਸੋ ਜੋ ਮੈਨੂੰ ਐਕਸਪਰਟ ਨੇ ਸਮਝਾਇਆ ਉਹਦੇ ਬਾਅਦ ਸਮਝ ਆਇਆ ਕਿ ਨਹੀਂ, ਇਹਨਾਂ ਨੂੰ ਥੋੜ੍ਹਾ ਡਿਫਰੈਂਟ ਕਰਨਾ ਪਏਗਾ। ਸੋ ਉਹਦੇ ਲਈ ਅਸੀਂ ਡਿਫਰੈਂਟ ਵਿੰਗਸ ਬਣਾਏ ਨੇ, ਡਿਫਰੈਂਟ ਰੂਮਸ ਬਣਾਏ ਨੇ, ਉਹਦੇ ਅਕੋਰਡਿੰਗਲੀ ਸਟਰਕਚਰ ਬਣਾਇਆ ਸਾਰਾ। ਤੇ ਅੱਜ ਗੱਲ ਕਰੀਏ, ਅੱਜ ਸੈਂਟਰ ਦੇ ਵਿੱਚ ਕਿੰਨੇ ਬੱਚੇ, ਇੱਕ ਬੱਚੇ ਤੋਂ ਸਟਾਰਟ ਹੋਇਆ ਸੀ ਤੇ ਅੱਜ ਕਿੰਨੇ ਬੱਚੇ ਦੀ ਹੈ? ਅੱਜ ਇਸ ਵੇਲੇ ਅਸੀਂ 50+ ਬੱਚਿਆਂ ਤੇ ਕੰਮ ਕਰ ਰਹੇ ਹਾਂ ਜੀ ਆਲਰੇਡੀ ਜੀ। ਬਾਈ ਚਾਂਸ ਗੱਲ ਕਰੀਏ ਕੋਈ ਕਿਸੇ ਕੋਲ ਪੈਸੇ ਨਹੀਂ ਹੁੰਦੇ ਹੈਗੇ, ਉਹਦੇ ਲਈ ਤੁਹਾਡੇ ਲਈ ਤੁਸੀਂ ਇੱਕ ਸੈਮੀਨਾਰ ਵੀ ਲਗਵਾਉਂਦੇ ਹੋ, ਫਿਰ ਉਸ ਤੋਂ ਬਾਅਦ ਉਸ ਬੱਚਿਆਂ ਦੀ ਮਦਦ ਵੀ ਉਹਦੇ ਪਰਿਵਾਰ ਦੀ ਕਰਦੇ, ਉਹਦੇ ਲਈ ਕੀ ਲੈ ਕੇ ਆਏ? ਦੇਖੋ ਮੈਂ ਇਹਦੇ 'ਚ ਨਾ ਨੋਰਮਲੀ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਕਿ ਸਾਡਾ ਜਿਹੜਾ ਪਰਪਸ ਹੈ ਇੱਥੇ ਬਿਜ਼ਨਸ ਕਰਨਾ ਨਹੀਂ ਹੈ, ਮੇਰਾ ਇਹ ਬਿਜ਼ਨਸ ਮਾਡਲ ਨਹੀਂ ਹੈ। ਸੋ ਮੈਂ ਬਿਜ਼ਨਸ ਕਰਨਾ ਹੁੰਦਾ ਤਾਂ ਆਲਰੇਡੀ ਮੈਂ ਆਪਣੇ ਬਿਜ਼ਨਸ ਦੇ ਵਿੱਚ ਸੀਗਾ। ਹਾਂ, ਜਿਹੜੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਨੀਡੀ ਫੈਮਿਲੀ ਆ ਉਹਨਾਂ ਨੂੰ ਅਸੀਂ ਕਿਵੇਂ ਸਪੋਰਟ ਕਰ ਸਕਦੇ ਹਾਂ, ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹਾਂਗਾ ਕਿ ਇਹ ਫੀਲਡ ਜਿਹੜੀ ਹੈ ਥੋੜ੍ਹੀ ਐਕਸਪੈਂਸਿਵ ਫੀਲਡ ਹੈ। ਇਹਦੀ ਫੈਕਲਟੀ, ਇਹਦੀ ਸਾਰੀਆਂ ਚੀਜ਼ਾਂ ਈਜ਼ੀਲੀ ਅਵੇਲੇਬਲ ਨਹੀਂ ਹੈ। ਸੋ ਮੈਂ ਇਸ ਸੈਂਟਰ ਦੀ ਗੱਲ ਕਰਾਂ, ਫੁੱਲੀ AC ਸੈਂਟਰ ਹੈ, ਫੁੱਲੀ ਏਅਰ ਕੰਡੀਸ਼ਨਲ ਹੈ। ਸੋ ਹੋਰ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਦੇ ਇਕਵਿਪਮੈਂਟ, ਚੀਜ਼ਾਂ ਇਹ ਉਹ ਸਭ ਕਾਸਟਲੀ ਨੇ। ਸਭ ਤੋਂ ਵੱਡੀ ਇਹਨਾਂ ਦੀ ਫੈਕਲਟੀ ਜਿਹੜੀ ਹੈ ਕਾਸਟਲੀ ਹੈ, ਕਿਉਂਕਿ ਅਸੀਂ ਜਿਹੜਾ ਇੱਥੇ ਕੰਮ ਕਰ ਰਹੇ ਹਾਂ 1:1 ਕਰ ਰਹੇ ਹਾਂ, ਇੱਕ ਬੱਚਾ ਇੱਕ ਚਾਈਲਡ, ਉਹਨੂੰ ਅਫੋਰਡ ਕਰਨਾ ਇੰਨਾ ਈਜ਼ੀ ਨਹੀਂ ਹੈ। ਬਟ ਹਾਂ, ਜਿਹੜੇ ਨੀਡੀ ਫੈਮਲੀਜ਼ ਹੈ ਉਹਨਾਂ ਵਾਸਤੇ ਮੈਂ ਕੁਝ ਕ੍ਰਾਈਟੇਰੀਆ ਲਾਂਚ ਕਰ ਰਿਹਾ, ਜਿਹਦੇ 'ਚ ਕਿ ਮੈਂ ਇੱਕ CA ਦੇ ਨਾਲ ਮਿਲ ਕੇ ਟੀਮ ਬਣਾ ਰਿਹਾ, ਜਿਹਦੇ 'ਚ ਅਸੀਂ 4 ਕ੍ਰਾਈਟੇਰੀਆ ਤੇ ਫਾਈਨਲ ਕਰ ਹੀ ਦਿੱਤੇ ਨੇ। ਉਹਦੇ 'ਚ ਫਸਟ ਕ੍ਰਾਈਟੇਰੀਆ ਜੀ, ਇਫ ਤੁਹਾਡੀ ਇਨਕਮ ਜਿਹੜੀ ਹੈ ਉਹ 30,000 ਤੋਂ ਨੀਚੇ ਦੀ ਹੈ, ਤੁਸੀਂ ਆਪਣੀ ITR ਸਾਨੂੰ ਲਿਆ ਕੇ ਦੇ ਦਿਓ, ਤੁਹਾਨੂੰ ਫੀਸ ਦੇ ਵਿੱਚ 25% ਦੀ ਅਸੀਂ ਲੈਸ ਦੇ ਰਹੇ ਹਾਂ। ਦੈਨ ਸੈਕਿੰਡ, ਉਹਦੇ ਵਿੱਚ ਸੈਕਿੰਡ ਕ੍ਰਾਈਟੇਰੀਆ ਕੀ ਹੈ ਕਿ ਇਫ ਯੂ ਹੈਵ 2 ਕਿਡਸ ਜਾਂ ਮਤਲਬ ਮੋਰ ਦੈਨ 2 ਕਿਡਸ, ਸੋ ਯੂ ਕੈਨ ਗੈਟ 15% ਐਕਸਟਰਾ, ਯਾਨੀ ਕਿ 25 ਤੇ 15 40% ਦਾ ਡਿਸਕਾਊਂਟ ਤੁਹਾਨੂੰ ਦੇ ਦੇਣਗੇ। ਥਰਡ ਹੈ, ਇਫ ਯੂ ਆਰ ਏ ਸਿੰਗਲ ਪੇਰੈਂਟਸ, you can get 15% more, यानी कि 40 + 15 55% लेस हो गई है।
ਇਫ ਯੂ ਆਰ ਔਨ ਅ ਰੈਂਟ, ਮਤਲਬ ਤੁਸੀਂ ਆਪਣੇ ਘਰ 'ਚ ਨਹੀਂ ਰਹਿ ਰਹੇ ਹੋ, ਰੈਂਟ ਦੇ ਮਕਾਨ 'ਚ ਰਹਿ ਰਹੇ ਹੋ, ਤਾਂ 15% ਹੋਰ ਜੋੜ ਲਓ, ਯਾਨੀ ਕਿ ਉਹ 75% ਜਾਂ 70% ਦੀ ਲੈਸ ਬਣ ਜਾਂਦੀ ਹੈ। ਬਟ ਮੈਂ ਇਹਦੇ ਕ੍ਰਾਈਟੇਰੀਆ ਹੋਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਮੇਰੀ ਕੋਸ਼ਿਸ਼ ਹੈ ਕਿ 90% ਤੱਕ ਲੈਸ ਅਸੀਂ ਉਹਨਾਂ ਪੇਰੈਂਟ ਨੂੰ ਦੇ ਦੇਈਏ ਜਿਨ੍ਹਾਂ ਨੂੰ ਨੀਡ ਹੈ। ਬਟ ਮੈਂ ਉਹੀ ਕਹਾਂਗਾ, ਸਾਨੂੰ ਰਿਕੁਐਸਟ ਕਰਾਂਗਾ ਕਿ ਇਹ ਜਿਹੜੀ ਫੀਲਡ ਇੰਨੀ ਐਕਸਪੈਂਸਿਵ ਹੈ, ਅਗਰ ਅਸੀਂ ਸਭ ਰਲ ਮਿਲ ਕੇ ਨਹੀਂ ਕਰਾਂਗੇ ਤਾਂ ਅਸੀਂ ਇਹਨੂੰ ਨਹੀਂ ਕਰ ਪਾਵਾਂਗੇ। ਜੇ ਮੈਂ ਇਨੀਸ਼ੀਏਟਿਵ ਲਿਆ ਤਾਂ ਮੈਂ ਤੁਹਾਡੇ ਸਾਰੇ ਅੱਗੇ ਦੇ ਵੀ ਰਿਕੁਐਸਟ ਕਰਾਂਗਾ ਕਿ ਆਓ ਮਿਲ ਜੁਲ ਕੇ ਅਸੀਂ ਇਹਦੇ 'ਚ ਕੁਝ ਹੋਰ ਬੈਟਰ ਕਰਨ ਲਈ ਵੱਧ ਤੋਂ ਵੱਧ ਆਪਣਾ ਯੋਗਦਾਨ ਦੇਈਏ। ਅੱਜ ਵੀ ਉਹ ਬੱਚਿਆਂ ਨੂੰ ਅੰਦਰ ਬਿਠਾ ਕੇ ਰੱਖਿਆ ਹੋਇਆ ਤੇ ਉਸ ਪੇਰੈਂਟਸਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਉਹ ਉਹਨਾਂ ਦੇ ਪੇਰੈਂਟ ਦਾ ਕਸੂਰ ਨਹੀਂ ਹੈ ਜੀ, ਉਹ ਸਾਡੀ ਸੁਸਾਇਟੀ ਦਾ ਕਸੂਰ ਹੈ। ਮੈਂ ਸਭ ਤੋਂ ਪਹਿਲਾਂ ਸੁਸਾਇਟੀ ਨੂੰ ਰਿਕੁਐਸਟ ਕਰਨਾ ਚਾਹੁੰਦਾ ਤੁਹਾਡੇ ਸਾਰਿਆਂ ਦੇ ਮਾਧਿਅਮ ਨਾਲ ਕਿ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਹ ਮਾਂ-ਬਾਪ ਕਿਉਂ ਨਹੀਂ ਲਿਆਂਦਾ? ਜਦੋਂ ਅਸੀਂ ਲਿਆਉਂਦੇ ਹਾਂ ਤੁਹਾਡੇ ਸਾਰਿਆਂ ਦੇ ਐਕਸਪ੍ਰੈਸ਼ਨ ਐਵੇਂ ਦੇ ਹੁੰਦੇ ਨੇ ਕਿ ਉਹ ਉਸ ਮਾਂ-ਬਾਪ ਨੂੰ ਵਾਪਸ ਲੈ ਜਾਣ ਲਈ ਮਜਬੂਰ ਕਰ ਦਿੰਦੇ ਨੇ, ਠੀਕ ਹੈ। ਤੁਹਾਡੇ ਸਾਰਿਆਂ ਦੇ ਬਿਹੇਵੀਅਰ ਐਵੇਂ ਦੇ ਹੁੰਦੇ ਨੇ ਕਿ ਉਹ ਸਾਨੂੰ ਮਜਬੂਰ ਕਰਦਾ ਕਿ ਅਸੀਂ ਘਰ ਹੀ ਚੰਗੇ ਹਾਂ। ਬਟ ਮੈਂ ਸੁਸਾਇਟੀ ਨੂੰ ਅੱਗੇ ਰਿਕੁਐਸਟ ਕਰਦਾ ਕਿ ਮੈਂ ਕੋਸ਼ਿਸ਼ ਕਰਾਂਗਾ ਕਿ ਇਨ ਫਿਊਚਰ ਅਸੀਂ ਆਟਿਜ਼ਮ ਨੂੰ ਅਵੇਅਰਨੈਸ ਲਈ ਕਈ ਕੁਛ ਐਵੇਂ ਦਾ ਕਰਦੇ ਰਹੀਏ ਕਿ ਤੁਸੀਂ ਸਿੱਖੋ ਕਿ ਇਹਨਾਂ ਬੱਚਿਆਂ ਨੂੰ ਕਿਵੇਂ ਅਸੀਂ ਸੁਸਾਇਟੀ 'ਚ ਐਡਜਸਟ ਕਰ ਸਕਦੇ ਹਾਂ। ਸੋ ਬੱਚੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਬਿਲਕੁਲ ਨੋਰਮਲ ਬੱਚੇ ਨੇ, ਥੋੜ੍ਹੇ ਜਿਹੇ ਡਿਫਰੈਂਟ ਨੇ। ਜਦੋਂ ਥੋੜ੍ਹਾ ਜਿਹਾ ਡਿਫਰੈਂਟ ਹੁੰਦਾ ਤਾਂ ਸਾਨੂੰ ਥੋੜ੍ਹਾ ਜਿਹਾ ਕੰਮ ਵੀ ਡਿਫਰੈਂਟ ਤਰੀਕੇ ਨਾਲ ਕਰਨਾ ਪੈਂਦਾ। ਮੈਂ ਆਲਵੇਜ਼ ਸਭ ਨੂੰ ਰਿਕੁਐਸਟ ਕਰਦਾ ਕਿ ਸਪੈਸ਼ਲ, ਇਹਨਾਂ ਨੂੰ ਅਸੀਂ ਸਪੈਸ਼ਲ ਨੀਡ ਕਹਿੰਦੇ ਹਾਂ। ਸਪੈਸ਼ਲ ਨੀਡ, ਸਪੈਸ਼ਲ ਦਾ ਮਤਲਬ ਸਮਝਦੇ ਹੋ? ਸਪੈਸ਼ਲ ਕੀ ਹੁੰਦਾ? ਮੇਰਾ ਸਪੈਸ਼ਲ ਦੋਸਤ ਹੈ, ਅੱਜ ਘਰ ਕੋਈ ਸਪੈਸ਼ਲ ਚੀਜ਼ ਬਣਾ ਲਈ ਜਾਏ, ਅੱਜ ਕਿਸੇ ਸਪੈਸ਼ਲ ਜਗ੍ਹਾ 'ਤੇ ਜਾਵਾਂਗੇ। ਸਪੈਸ਼ਲ ਦਾ ਮਤਲਬ ਹੈ ਸਪੈਸ਼ਲ ਨੇ, ਸਾਨੂੰ ਕੰਮ ਵੀ ਸਪੈਸ਼ਲ ਕਰਨੇ ਪੈਣਗੇ। ਸੋ ਜੇ ਸਾਨੂੰ ਸਪੈਸ਼ਲ ਕਰਨਾ ਪੈ ਰਿਹਾ ਤਾਂ ਕੀ ਗਲਤ ਹੈ? ਅਸੀਂ, ਇਹ ਸਾਡੀ ਸੁਸਾਇਟੀ ਲਈ ਵੀ ਅੱਛਾ ਹੈ ਅਤੇ ਸਾਡੇ ਵਰਗੇ ਮਾਂ-ਬਾਪ ਲਈ ਵੀ ਬਹੁਤ ਅੱਛਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਕਰਾਂਗਾ ਕਿ ਸਾਡੀ ਸੁਸਾਇਟੀ 'ਚ ਆਟਿਜ਼ਮ ਦੀ ਅਵੇਅਰਨੈਸ ਦੀ ਬਹੁਤ ਜ਼ਿਆਦਾ ਲੋੜ ਹੈ। थैंक यू सो मच। आज मैम क्या नाम है आपका? मेरा नाम इंद्रानी है जी, आप दिल्ली से स्पेशल यहाँ पर जी। जलंधर पे आए हो और सबको टीचर को सेमिनार लगाया हुआ उसके बारे में। जी, आज हम काफ़ी कुछ चीज़ें रघु जी ने बोल दी है। हमें एक्चुअली ऐड बहुत कम करना है। जो सेमिनार के लिए हम आज आए हैं जो रघु ने बोला इज़ दैट जब बंदे को ऑटिज़म होती है, उनके सीखने का तरीका थोड़ा-सा अलग होता है, उनका दुनिया को महसूस करने का तरीका अलग होता है। और अगर मैं दुनिया को महसूस अलग तरीके से करता हूँ, सीखता अलग तरीके से होता अगर मैं अलग तरीके से सीखता हूँ, फिर मुझे सिखाने का तरीका भी थोड़ा-सा अलग होना है। सो यही हम कुछ स्ट्रैटेजीज़ के बारे में बात करने वाले हैं आज, जिसका अगर हम इस्तेमाल करना शुरू करें, तब ऑटिस्टिक बच्चे ना ही सीख पाएँगे, ना ही अच्छी तरह से फंक्शन कर पाएँगे, मगर अपनी मैक्सिमम पोटेंशियल तक पहुँच पाएँगे। जो एक सवाल उठता है हमारे दिमाग में, चाहे वो पेरेंट हो, चाहे वो अच्छा प्रोफेशनल हो, व्हाट आफ्टर अस? हम जब तक है, आबाद है, हमारे बाद क्या? कुछ हद तक ये स्ट्रैटेजी जो हम आज बात करने वाले हैं, ये उसका उत्तर है। जब हम इस तरीके से सिखाते हैं, हमारे बच्चों के लिए सीखना आसान हो जाता है, इंडिपेंडेंट होना आसान हो जाता है। हम जिस चीज़ के बारे में हम आज बात करने वाले हैं, दिस इज़ एक्सेसिबिलिटी फॉर ऑटिस्टिक पीपल। जब हम एक्सेसिबिलिटी की बात बोलते हैं, जब हम कोई फिजिकल डिसेबिलिटी की बात होती है, मोटर इम्पेयरमेंट की बात होती है, हम रैम्प्स के बारे में बोलते हैं, हम टेक्सचर पाथवेज के बारे में बोलते हैं व्हेन इट कम्स टू विजुअल इम्पेयरमेंट, हम क्लोज्ड कैप्शनिंग के बारे में बोलते हैं व्हेन इट कम्स टू हियरिंग इम्पेयरमेंट। स्ट्रक्चर टीचिंग एंड विजुअल सपोर्ट्स are the accessibility tool. It is the ramp for the autistic person. It is the textured pathway for the autistic person. It is the closed captioning for the autistic person. हमने बंदे को चेंज नहीं करना है, हमने वो सारी चीज़ें प्रोवाइड करनी है जिससे बंदा फंक्शन कर सके, नॉट बिकॉज हम उसके ऊपर कोई दया कर रहे हैं। हमारी देश एक ब्यूटीफुल देश है, हमारे बच्चे इस देश के नागरिक हैं और उनका ये हक बनता है कि इस देश में जो कोई भी हक दूसरे लोगों के लिए है, उनके लिए भी हो। तो हम कोई भी दया नहीं कर रहे, हमारी देश दया करती नहीं है, हमें हक देती है। मेरा नाम प्रीति है, दिल्ली से आए हैं, एक्शन फॉर ऑटिज्म संस्था का नाम है। जी, आज आप जलंधर में पहुंचे हो, जी। जो स्पेशल बच्चों के बारे टीचरों को बात करती है।
हाँ जी, देखिए ये जालंधर में हम लोग आए हैं ऑटिस्टिक इंडिविजुअल के लिए कराने के लिए कि वहाँ पर किस तरीके से हम एक ऑटिज़्म वाले बच्चों के साथ काम कर सकते हैं और स्ट्रैटेजी क्या फ़ॉलो करेंगे जिससे वो ज़्यादा इंडिपेंडेंट हो और कैसे वो आगे अपने फुल इंडिपेंडेंस के साथ काम कर सके। तो उसके लिए आज हम जिस स्ट्रैटेजी की बात करने वाले हैं, जैसे कि इंद्रानी ने भी बताया था कि एक्सेसिबिलिटी के बारे में बात करेंगे कि क्या उनके लिए एक्सेसिबिलिटी सपोर्ट है, जिससे वो सिर्फ अपने घर में ही नहीं इंडिपेंडेंट रह सके, जाके एम्प्लॉयमेंट के लिए भी काम कर सके, फुल्ली इंडिपेंडेंट हो अपने मैक्सिमम पोटेंशियल के साथ। जैसे कि हम लोग बाहर जाके एक सोसाइटी में रहते हैं, सेम तरीके से हमारे इंडिविजुअल्स भी विद ऑटिज्म सोसाइटी के साथ काम। आज जो अपने बच्चों को माँ प्यो अपने बच्चों को घर से बाहर नहीं निकालते, उन लोगों जी। के लिए क्या मैसेज है? सबसे बड़ी बात है कि आई थिंक माँ को और घर वालों को इतना स्ट्रांग होना पड़ेगा क्योंकि अगर वो उस चीज़ के लिए कंफर्टेबल फील करेंगे, बाहर लेके जाएँगे, सोसाइटी को भी बताएँगे कि अगर इस तरीके से इंडिविजुअल्स है भी वो क्यों है, क्योंकि और क्या रीज़न है, तो हमें लगता है कि घर से ही अवेयरनेस शुरू हो सकती है और शायद बहुत सही रहेगा कि अगर घर से निकलें और उनको लेके जाएँ, चाहे थोड़े काम के लिए, जिससे उनका भी कॉन्फिडेंस बिल्डअप हो, पेरेंट्स का भी कॉन्फिडेंस बिल्डअप हो और इंडिविजुअल विद ऑटिज्म वाले जो बच्चे हैं, उनका भी कॉन्फिडेंस क्या बिल्डअप हो। मैसेज देना चाहते हो माँ प्यो को? आई थिंक मैं तो यही बोलना चाहूँगी कि कोई भी माँ या पिता अपने बच्चे के साथ बुरी परवरिश नहीं करता है। आई थिंक माँ और पिता अगर मिलके काम करते हैं और सोसाइटी के पास जाते हैं, तो शायद एक हम ऐसी सोसाइटी बना सकते हैं, धीरे-धीरे करके उस सोसाइटी को में बदलाव ला सकते हैं, अगर हम उस चीज़ के लिए एक्सेप्ट करते हैं।